ਹੈਲੋ ਸਟੂਡੈਂਟਸ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ 8th ਕਲਾਸ ਦੇ ਲਈ ਉਹਨਾਂ ਦਾ ਸਾਇੰਸ ਦਾ ਪੇਪਰ ਦੇਖਾਂਗੇ, ਇੱਕ ਸੈਂਪਲ ਪੇਪਰ ਜਿਹੜਾ ਕਿ 2024 ਦਾ ਹੈ। ਤਾਂ ਇਹ ਓਨਲੀ ਇੰਪੋਰਟੈਂਟ ਕੁਐਸਚਨ ਹੈ ਫॉर ਯੋਰ ਸਾਇੰਸ ਪੇਪਰ, ਠੀਕ ਹੈ। ਤਾਂ ਕੁੱਲ ਅੰਕ 80 ਨੰਬਰ ਦਾ ਤੁਹਾਡਾ ਪੇਪਰ ਹੋਊਗਾ। ਤਾਂ ਪੇਪਰ ਕਰਨ ਦੇ ਲਈ ਤਾਂ ਤੁਹਾਡਾ ਸਮਾਂ ਤੁਹਾਨੂੰ ਪਤਾ ਹੀ ਹੈ 3 ਘੰਟੇ ਹੈ, ਜਿਵੇਂ ਪ੍ਰੀ ਬੋਰਡ ਦੇ ਵਿੱਚ ਹੋਇਆ ਸੀ। ਤਾਂ ਭਾਗ ਊੜਾ ਮਤਲਬ ਪਾਰਟ ਏ ਦੇ ਵਿੱਚ ਤੁਹਾਨੂੰ ਆਊਗੇ ਬਹੁ ਵਿਕਲਪੀ ਪ੍ਰਸ਼ਨ, ਠੀਕ ਹੈ। ਤਾਂ ਇਹਦੇ ਵਿੱਚ ਆਪਾਂ ਨੂੰ 10 ਦਿੱਤੇ ਹੋਏ ਆ, ਕੋਈ ਜ਼ਰੂਰੀ ਨਹੀਂ ਕਿ ਤੁਹਾਨੂੰ ਪੇਪਰ ਦੇ ਵਿੱਚ 10 ਹੀ ਆਉਣ। ਤਾਂ ਜਿਹੜੇ ਤੁਹਾਡਾ ਇੱਕ ਨੰਬਰ ਵਾਲੇ ਪ੍ਰਸ਼ਨ ਆ ਉਹ ਤੁਹਾਨੂੰ 35 ਹੀ ਆਉਣਗੇ, ਚਾਹੇ ਉਹ ਕਿਸੇ ਪੈਟਰਨ ਦੇ ਨਾਲ ਆ ਜਾਣ, ਠੀਕ ਹੈ। ਤਾਂ ਆਪਾਂ ਪਹਿਲੇ 10 ਬਹੁ ਵਿਕਲਪੀ ਪ੍ਰਸ਼ਨਾਂ ਨੂੰ ਸੋਲਵ ਕਰਾਂਗੇ। ਤੂੜੀ ਤੋਂ ਦਾਣੇ ਵੱਖ ਕਰਨ ਦੀ ਵਿਧੀ ਨੂੰ ਕੀ ਕਹਿੰਦੇ ਨੇ? ਤਾਂ ਉਸ ਨੂੰ ਕਹਿੰਦੇ ਨੇ ਗਹਾਈ। ਪਹਿਲੀ ਆਪਸ਼ਨ ਰਾਈਟ ਹੈ। ਇਸ ਤੋਂ ਅੱਗੇ ਦੇਖੋ, ਹੇਠਾਂ ਲਿਖਿਆਂ ਦੇ ਵਿੱਚੋਂ ਕਿਹੜਾ ਨਾ ਖਤਮ ਹੋਣ ਵਾਲਾ ਊਰਜਾ ਸਾਧਨ ਹੈ? ਉਹ ਹੈਗਾ ਹਵਾ। ਇਸ ਤੋਂ ਅੱਗੇ ਦੇਖੋ, ਜੀਵਾਣੂ ਕਾਰਨ ਨਾ ਹੋਣ ਵਾਲੀ ਬਿਮਾਰੀ ਕਿਹੜੀ ਆ? ਉਹ ਹੈਗੀ ਆਪਣੇ ਕੋਲੇ ਮਲੇਰੀਆ, ਠੀਕ ਹੈ। ਇਸ ਤੋਂ ਅੱਗੇ ਦੇਖੋ, ਹੇਠਾਂ ਲਿਖਿਆਂ ਦੇ ਵਿੱਚੋਂ ਕਿਹੜੀ ਗੈਸ ਬਲਣ ਦੇ ਲਈ ਸਹਾਇਕ ਹੁੰਦੀ ਹੈ? ਹਾਈਡਰੋਜਨ। ਇਸ ਤੋਂ ਅੱਗੇ ਦੇਖਦੇ ਹਾਂ ਆਪਾਂ 5th ਕੁਐਸਚਨ। ਹਾਂਜੀ, 5ਵਾਂ ਜੈਵਿਕ ਵਿਭਿੰਨਤਾ ਦਿਵਸ ਕਦੋਂ ਮਨਾਇਆ ਜਾਂਦਾ ਹੈ? 22 ਫਰਵਰੀ ਨੂੰ। 22 ਫਰਵਰੀ ਤਾਂ ਇੱਥੇ ਹੈ ਨਹੀਂ, ਸੋ ਚਲੋ ਹੁਣ ਇੱਥੇ ਆਪਸ਼ਨਾਂ ਗਲਤ ਹੈ ਤਾਂ ਬਟ ਤੁਸੀਂ ਲਗਾ ਕੇ ਆਉਣਾ 22 ਫਰਵਰੀ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ, ਹੇਠਾਂ ਲਿਖਿਆਂ ਦੇ ਵਿੱਚੋਂ ਦੋ ਲਿੰਗੀ ਜੀਵ ਕਿਹੜਾ? ਗੰਡੋਆ। ਇਸ ਤੋਂ ਅੱਗੇ ਦੇਖੋ, ਸ਼ੱਕਰ ਰੋਗ ਕਿਸ ਹਾਰਮੋਨ ਦੀ ਘਾਟ ਕਾਰਨ ਹੁੰਦਾ ਹੈਗਾ ਆ? ਉਹ ਹੁੰਦਾ ਇਨਸੂਲਿਨ। ਇਸ ਤੋਂ ਅੱਗੇ ਦੇਖੋ, ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜ਼ਿਆਦਾ ਹੁੰਦੀ ਹੈ? ਸਥਿਤਿਕ। ਇਸ ਤੋਂ ਅੱਗੇ ਦੇਖੋ, ਧੁਨੀ ਕਿਸ ਵਿੱਚੋਂ ਸੰਚਾਰ ਕਰ ਸਕਦੀ ਹੈ? ਸਿਰਫ ਤਰਲਾਂ ਦੇ ਵਿੱਚੋਂ, ਠੀਕ ਹੈ। ਇਸ ਤੋਂ ਅੱਗੇ ਕਿਹੜੀ ਮਹਾਮਾਰੀ ਹੈਗੀ ਆ? ਸੋ ਮਹਾਮਾਰੀਆਂ ਸਾਰੀਆਂ ਨੇ, ਤਾਂ ਇਸ ਦਾ ਆਨਸਰ ਹੈ ਉਪਰੋਕਤ ਸਾਰੇ। ਇਸ ਤੋਂ ਅੱਗੇ ਦੇਖੋ, ਬਲੈਂਕਸ ਆਉਣਗੀਆਂ। ਹਾਂਜੀ, ਇਹ 10 ਨੰਬਰ ਦੇ ਨੇ। ਫਸਟ ਦੇਖੋ, ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ਕੀ ਕਿਹਾ ਜਾਂਦਾ ਹੈ? ਤਾਂ ਉਹਨਾਂ ਨੂੰ ਕਿਹਾ ਜਾਂਦਾ ਰੱਬੀ, ਠੀਕ ਹੈ। ਇਸ ਤੋਂ ਅੱਗੇ, ਕੋਲਾ ਅਤੇ ਪੈਟਰੋਲੀਅਮ ਡੈਸ਼ ਬਲਨ ਹਨ? ਇਹ ਹੈਗੇ ਆਪਣੇ ਕੋਲ ਪਥਰਾਟ। ਇਸ ਤੋਂ ਅੱਗੇ ਦੇਖੋ, ਡੈਸ਼ ਉਹ ਜੀਵਾਣੂ ਹੈ ਜੋ ਦਹੀਂ ਜਮਾਉਣ ਵਿੱਚ ਮਦਦ ਕਰਦਾ ਹੈ? ਇਹ ਹੁੰਦਾ ਆਪਣੇ ਕੋਲ ਲੈਕਟੋਬੈਸੀਲਸ। ਇੱਕ ਮਿੰਟ, ਲੈਕਟੋਬੈਸੀਲਸ, ਠੀਕ ਹੈ। ਲੈਕਟੋਬੈਸੀਲਸ ਹੁੰਦਾ, ਠੀਕ ਹੈ। ਇਸ ਤੋਂ ਅੱਗੇ ਦੇਖੋ, LPG ਦਾ ਕੈਲੋਰੀ ਮੁੱਲ ਕੀ ਹੁੰਦਾ ਆ? 55,000। ਜਾਂ ਤੁਸੀਂ KJ ਲਿਖ ਸਕਦੇ ਹੋ ਜਾਂ ਤੁਸੀਂ KG ਲਿਖ ਸਕਦੇ ਹੋ, ਠੀਕ ਹੈ। ਇਸ ਤੋਂ ਅੱਗੇ ਦੇਖੋ, ਪ੍ਰਵਾਸੀ ਪੰਛੀ ਭਾਰਤ ਵਿੱਚ ਕਿਹੜੀ ਰੁੱਤ ਵਿੱਚ ਆਉਂਦੇ ਹਨ? ਉਸ ਨੂੰ ਕਹਿੰਦੇ ਨੇ ਸਰਦ, ਠੀਕ ਹੈ। ਇਸ ਤੋਂ ਅੱਗੇ ਦੇਖੋ, ਮਨੁੱਖ ਵਿੱਚ ਕਿਹੜਾ ਨਿਸ਼ੇਚਨ ਹੁੰਦਾ? ਉਹ ਹੁੰਦਾ ਆ ਅੰਦਰੂਨੀ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ, ਗੁਰੂਤਾਕਰਸ਼ਣ ਬਲ ਕਿਹੜਾ ਬਲ ਹੈਗਾ ਆ? ਤਾਂ ਉਹ ਹੈਗਾ ਆਪਣੇ ਕੋਲੇ ਆਕਰਸ਼ਕ, ਠੀਕ ਹੈ, ਆਕਰਸ਼ਕ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ, ਅਣਚਾਹੀ ਧੁਨੀ ਤਾਂ ਕਿਹੜੀ ਹੁੰਦੀ ਹੈ? ਅਣਚਾਹੀ ਧੁਨੀ ਨੂੰ ਕੀ ਕਹਿੰਦੇ? ਸ਼ੋਰ, ਠੀਕ ਹੈ। ਇਸ ਤੋਂ ਅੱਗੇ ਦੇਖੋ, ਧਾਤਾਂ ਬਿਜਲੀ ਦੀਆਂ ਕੀ ਹੁੰਦੀਆਂ ਨੇ? ਸੁਚਾਲਕ, ਠੀਕ ਹੈ, ਸੁਚਾਲਕ। ਇਸ ਤੋਂ ਅੱਗੇ, ਗਤੀਸ਼ੀਲ ਹਵਾ ਨੂੰ ਵਿੰਡ ਕਹਿੰਦੇ ਨੇ, ਮਤਲਬ ਪੌਣ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਦੇਖੋ, ਸਹੀ ਜਾਂ ਗਲਤ? ਰਸਾਇਣਿਕ ਖਾਦਾਂ ਦੀ ਵਰਤੋਂ ਨਾਲ ਮਿੱਟੀ ਤੇਜ਼ਾਬੀ ਜਾਂ ਖਾਰੀ ਹੋ ਜਾਂਦੀ ਹੈ? ਬਿਲਕੁਲ ਸਹੀ। ਇਸ ਤੋਂ ਅੱਗੇ, ਕੁੱਕ ਕਾਰਬਨ ਦਾ ਸ਼ੁੱਧ ਰੂਪ ਹੈ? ਵੀ ਸਹੀ। ਕਪੂਰ ਦਾ ਬਲਣਾ ਇੱਕ ਤੇਜ਼ ਬਲਨ ਹੈ? ਨਹੀਂ ਜੀ, ਗਲਤ। ਇਸ ਤੋਂ ਅੱਗੇ, ਅਲਿੰਗੀ ਪ੍ਰਜਨਨ ਕੇਵਲ ਇੱਕ ਸੈਲੀ ਜੀਵਾਂ ਵਿੱਚ ਹੁੰਦਾ ਹੈ? ਸੋ ਇਹ ਤੁਸੀਂ ਕਨਫਰਮ ਕਰ ਲਿਓ, ਠੀਕ ਹੈ। ਇਹ ਮੈਨੂੰ ਨਹੀਂ ਪਤਾ। ਕਿਸੇ ਬਲ ਕਿਸੇ ਵਸਤੂ ਦੀ ਗਤੀ ਅਵਸਥਾ ਵਿੱਚ ਪਰਿਵਰਤਨ ਕਰ ਸਕਦਾ ਹੈ? ਤਾਂ ਇਹ ਆਪਣੇ ਕੋਲ ਬਿਲਕੁਲ ਸਹੀ ਹੈ। ਇਸ ਤੋਂ ਅੱਗੇ, ਅਸੀਂ ਤਿਲਕ ਨੇ ਰਾਹ 'ਤੇ ਰੇਤ ਛਿੜਕ ਕੇ ਰਗੜ ਵਧਾ ਸਕਦੇ ਹਾਂ? ਨਹੀਂ ਜੀ, ਗਲਤ ਹੈ ਇਹ ਵੀ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ, 7ਵਾਂ, ਧੁਨੀ ਧਾਗੇ ਵਿੱਚੋਂ ਸੰਚਾਰ ਨਹੀਂ ਕਰ ਸਕਦੀ? ਕਿਉਂ ਕਰ ਸਕਦੀ ਹੈ? ਇਹ ਵੀ ਗਲਤ ਹੈ, ਠੀਕ ਹੈ। ਇਸ ਤੋਂ ਅੱਗੇ ਦੇਖੋ, 8ਵਾਂ, ਨੰਗੀ ਅੱਖ ਨਾਲ ਸਾਰੇ ਜੀਵ ਵੇਖੇ ਜਾ ਸਕਦੇ ਆ? ਨਹੀਂ ਜੀ, ਇਹ ਵੀ ਗਲਤ ਹੈ, ਠੀਕ ਹੈ। ਇਸ ਤੋਂ ਅੱਗੇ ਦੇਖੋ, ਆਕਾਸ਼ੀ ਬਿਜਲੀ ਸਮੇਂ ਛਤਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ? ਇਹ ਸਹੀ ਹੈ। ਇਸ ਤੋਂ ਅੱਗੇ ਦੇਖੋ, ਤੂੜੀ ਤੋਂ ਦਾਣੇ ਵੱਖ ਕਰਨ ਦੀ ਵਿਧੀ ਨੂੰ ਗਹਾਈ ਕਹਿੰਦੇ ਨੇ? ਇਹ ਵੀ ਸਹੀ ਹੈ, ਆਪਾਂ ਕਰਕੇ ਹੀ ਆਏ ਹਾਂ, ਠੀਕ ਹੈ। ਇਸ ਤੋਂ ਅੱਗੇ, ਇੱਕ ਅੰਕ ਵਾਲੇ ਪ੍ਰਸ਼ਨ, ਮਿੱਟੀ ਪੁੱਟਣ ਦੇ ਲਈ ਕਿਸ ਕਿਸਮ ਦੀ ਵਰਤੋਂ ਕੀਤੀ ਜਾਂਦੀ ਹੈ? ਕਿਸ ਦੀ ਵਰਤੋਂ ਕੀਤੀ ਜਾਂਦੀ? ਉਹ ਹੈਗਾ ਤੁਹਾਡਾ ਹਲ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ, ਕਿਹੜੀ ਖਾਦਾਂ ਦੀ ਵੱਧ ਵਰਤੋਂ ਕਰਨ ਦੇ ਨਾਲ ਤੇਜ਼ਾਬੀ ਜਾਂ ਖਾਰੀ ਮਿੱਟੀ ਹੋ ਜਾਂਦੀ ਹੈ? ਤਾਂ ਉਹ ਹੈਗੀਆਂ ਨੇ ਆਪਣੇ ਕੋਲ ਰਸਾਇਣਿਕ ਖਾਦਾਂ। ਇਹ ਤੁਸੀਂ ਲਿਖ ਕੇ ਆਉਣਾ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ, ਬਲਨ ਲਈ ਕੀ ਜ਼ਰੂਰੀ ਹੈ? ਹਵਾ। ਇਸ ਤੋਂ ਅੱਗੇ ਦੇਖੋ, ਮਨੁੱਖ ਅੰਦਰ ਕਿਹੜਾ ਨਿਸ਼ੇਚਨ ਹੁੰਦਾ ਹੈ? ਆਪਾਂ ਕਰਕੇ ਹੀ ਆਏ ਹਾਂ, ਅੰਦਰੂਨੀ, ਠੀਕ ਹੈ। ਇਸ ਤੋਂ ਅੱਗੇ, ਹਰਟਸ ਦੀ ਇਕਾਈ ਕਿਹੜੀ ਹੁੰਦੀ ਹੈ? ਹਰਟਸ ਦੀ ਇਕਾਈ ਹੁੰਦੀ ਹੈ ਆਪਣੇ ਕੋਲ, ਹਰਟਸ ਦੀ ਇਕਾਈ ਹੁੰਦੀ ਆਵਰਤੀ, ਠੀਕ ਹੈ।
ਆਵਰਤੀ। ਇਸ ਤੋਂ ਅੱਗੇ ਤੁਸੀਂ ਦੇਖੋ ਭਾਗ ਆੜਾ ਸ਼ੁਰੂ ਹੋ ਜਾਊਗਾ। ਇਸ ਦੇ ਵਿੱਚ ਦੇਖੋ ਤੁਹਾਨੂੰ 2-2 ਨੰਬਰ ਵਾਲੇ ਪ੍ਰਸ਼ਨ ਆਉਣਗੇ, ਉਹ ਹੋਣਗੇ ਤੁਹਾਡੇ 17 ਹੀ ਆਉਣਗੇ ਅਤੇ ਉਹਨਾਂ ਦੇ ਵਿੱਚੋਂ ਤੁਸੀਂ ਅਟੈਂਪਟ 12 ਕਰਨੇ ਆ। ਐਨੀ 12 ਆਊਟ ਆਫ 17, ਠੀਕ ਹੈ। ਪਾਰਟ ਬੀ ਦੇ ਵਿੱਚ 2 ਮਾਰਕਸ ਕੁਐਸਚਨ ਆਉਣਗੇ। ਫਸਟ ਦੇਖੋ ਸਿੰਚਾਈ ਦੇ 2 ਪੁਰਾਤਨ ਢੰਗ, ਤਾਂ ਇਹਨਾਂ ਦੇ ਆਪਾਂ ਆਨਸਰ ਦੇਖਿਆ ਕਰਾਂਗੇ, ਠੀਕ ਹੈ। ਸਭ ਤੋਂ ਪਹਿਲਾਂ ਆਪਾਂ ਸਾਰੇ ਪ੍ਰਸ਼ਨ ਹੈ ਜਿਹੜੇ ਦੇਖ ਲੈਂਦੇ ਹਾਂ। ਇਸ ਤੋਂ ਅੱਗੇ ਦੋਗਲਾਕਰਨ ਕੀ ਹੁੰਦਾ ਹੈ, ਕਿਵੇਂ ਲਾਭਦਾਇਕ ਹੈ, ਵਿਸ਼ਾਣੂ ਕੀ ਹੁੰਦੇ ਹਨ, ਵਿਸ਼ਾਣੂਆਂ ਨਾਲ ਹੋਣ ਵਾਲੀਆਂ 3 ਬਿਮਾਰੀਆਂ, ਭੋਜਨ ਦੀ ਸੰਭਾਲ ਕੀ ਹੁੰਦੀ ਹੈ, ਭੋਜਨ ਦੀ ਸੰਭਾਲ ਦੀ 2 ਵੱਖ-ਵੱਖ ਢੰਗਾਂ ਬਾਰੇ। ਇਸ ਤੋਂ ਅੱਗੇ 5ਵਾਂ ਕਾਰਬਨਿਕ ਕੀ ਹੈ। 6ਵਾਂ ਪ੍ਰਾਕਿਰਤਿਕ ਗੈਸ ਨੂੰ ਸਾਫ਼ ਹੁੰਦਾ ਸਵੱਛ ਬਾਲਣ ਕਿਉਂ ਕਿਹਾ ਜਾਂਦਾ ਹੈ। ਉਹਨਾਂ ਸਥਿਤੀਆਂ ਦੀ ਸੂਚੀ ਬਣਾਉਣੀ ਆ ਜਿਨ੍ਹਾਂ ਦੇ ਅਧੀਨ ਬਾਲਣ ਹੋ ਸਕਦਾ ਆ। ਇਸ ਤੋਂ ਅੱਗੇ ਦੇਖੋ ਕਿਸੇ ਬਾਲਣ ਦੇ ਕੈਲੋਰੀ ਮੁੱਲ ਦੀ ਪਰਿਭਾਸ਼ਾ ਦੇਣੀ ਹੈ, ਇਸ ਦੀ ਇਕਾਈ ਕੀ ਹੋ ਸਕਦੀ ਹੈ, ਇਸ ਦੀ ਯੂਨਿਟ ਕੀ ਹੋ ਸਕਦੀ ਹੈ, ਠੀਕ ਹੈ। ਇਸ ਤੋਂ ਅੱਗੇ ਦੇਖੋ ਤੁਸੀਂ ਜੰਗਲਾਂ ਦੇ ਨਸ਼ਟ ਹੋਣ ਅਤੇ ਮੁੜ ਜੰਗਲ ਲਗਾਉਣ ਤੋਂ ਕੀ ਸਮਝਦੇ ਹੋ। ਇਸ ਤੋਂ ਅੱਗੇ ਜਿਹੜੇ ਜੰਤੂ ਹੁੰਦੇ ਆ ਉਹਨਾਂ ਦੇ ਅਲੋਪ ਹੋਣ ਦੇ ਤੁਸੀਂ 2 ਰੀਜ਼ਨ ਦੱਸਣੇ ਨੇ, 2 ਕਾਰਨ। ਇਸ ਤੋਂ ਅੱਗੇ ਜਿਹੜੇ ਰਗੜ ਵਧਾਉਣ ਦੇ 2 ਹੈਗੇ ਨੇ ਮੈਥਡਸ, ਉਹ ਤੁਸੀਂ ਲਿਖਣੇ ਆ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ, ਹਾਂਜੀ, ਮਨੁੱਖੀ ਕੰਨ ਲਈ ਸੁਣਨਯੋਗ ਅਤੇ ਨਾ ਸੁਣਨਯੋਗ ਧੁਨੀ ਦੀ ਰੇਂਜ ਲਿਖਣੀ ਹੈ। ਇਸ ਤੋਂ ਅੱਗੇ ਜਿਹੜੇ ਆਪਾਂ ਨੂੰ ਦਿੱਤੇ ਹੋਏ ਆ ਲਾਊਡਨੈਸ ਐਂਡ ਪਿਚ, ਤਾਂ ਉਸਦੀ ਆਪਾਂ ਡਿਫਾਈਨ ਕਰਨਾ ਆ ਉਹਨੂੰ, ਠੀਕ ਹੈ, ਪ੍ਰਬਲਤਾ ਅਤੇ ਪਿਚ ਨੂੰ। ਇਸ ਤੋਂ ਅੱਗੇ ਦੇਖੋ ਬਿਜਲੀ ਕਰਮੀ ਰਬੜ ਦੇ ਦਸਤਾਨੇ 'ਤੇ ਜੁੱਤੀ ਕਿਉਂ ਪਾਉਂਦੇ ਨੇ। ਇਸ ਤੋਂ ਅੱਗੇ ਚਾਲਕ ਕੀ ਹੁੰਦਾ ਹੈ ਅਤੇ ਉਸਦੀ ਉਦਾਹਰਣ ਦੇਣੀ ਹੈ। ਇਸ ਤੋਂ ਅੱਗੇ ਭੂਚਾਲ ਦੇ ਐਪੀਸੈਂਟਰ ਦੀ ਪਰਿਭਾਸ਼ਾ ਦੇਣੀ ਹੈ। ਇਸ ਤੋਂ ਅੱਗੇ ਅੱਖਾਂ ਦੀ ਸੰਭਾਲ ਦੇ ਲਈ ਕੁਝ ਸਾਵਧਾਨੀਆਂ। ਸੋ ਇਹ 17 ਸੀਗੇ, ਮੈਂ ਤੁਹਾਨੂੰ ਜਿਵੇਂ ਕਿਹਾ ਸੀਗਾ, ਅਤੇ ਹੁਣ ਆਪਾਂ ਇਹਨਾਂ ਦੇ 17 ਦੇ 17 ਹੀ ਆਨਸਰ ਕਰਾਂਗੇ, ਠੀਕ ਹੈ। ਹਾਂਜੀ, ਫਸਟ ਸੀਗਾ ਆਪਣੇ ਕੋਲ ਸਿੰਚਾਈ ਦੇ 2 ਪੁਰਾਤਨ ਢੰਗ, ਹਲਟ ਹੁੰਦਾ ਅਤੇ ਢੇਕਲੀ ਹੁੰਦਾ ਆ। ਇਸ ਤੋਂ ਅੱਗੇ ਦੇਖਦੇ ਹਾਂ ਦੋਗਲਾਕਰਨ, ਵੱਖ-ਵੱਖ ਗੁਣਾਂ ਵਾਲੇ ਇੱਕੋ ਪ੍ਰਜਾਤੀ ਦੇ 2 ਜਾਂ 2 ਤੋਂ ਵੱਧ ਜਿਹੜੇ ਪੌਦਿਆਂ ਦੇ ਗੁਣ ਮਿਲ ਕੇ ਨਵੀਂ ਕਿਸਮ ਦੇ ਬੀਜ ਪੈਦਾ ਕਰਦੇ ਉਸ ਨੂੰ ਕਹਿੰਦੇ ਨੇ ਦੋਗਲਾਕਰਨ। ਦੋਗਲਾਕਰਨ ਨਾਲ ਤਿਆਰ ਫਸਲਾਂ ਦਾ ਝਾੜ ਅਤੇ ਫਸਲਾਂ ਦੀ ਰੋਗ ਪ੍ਰਤੀਰੋਧਕਤਾ ਵੀ ਵੱਧ ਹੁੰਦੀ ਹੈ, ਠੀਕ ਹੈ। ਇਸ ਤੋਂ ਅੱਗੇ ਦੇਖਾਂਗੇ ਇਸ ਤੋਂ ਅੱਗੇ ਤੁਸੀਂ ਦੇਖੋ ਵਿਸ਼ਾਣੂ ਕੀ ਹੁੰਦੇ ਹਨ। ਵਿਸ਼ਾਣੂਆਂ ਨਾਲ ਹੋਣ ਵਾਲੀਆਂ 3 ਬਿਮਾਰੀਆਂ। ਵਿਸ਼ਾਣੂ ਅਜਿਹੇ ਸੂਖਮ ਜੀਵ ਹੁੰਦੇ ਆ ਜਿਹੜੇ ਸਜੀਵਾਂ ਅਤੇ ਨਿਰਜੀਵਾਂ ਦੋਹਾਂ ਵਰਗਾਂ ਦੇ ਗੁਣ ਰੱਖਦੇ ਨੇ, ਠੀਕ ਹੈ। ਤਾਂ ਇਹ ਆਪਣੇ ਆਪ ਪ੍ਰਜਨਨ ਨਹੀਂ ਕਰ ਸਕਦੇ, ਠੀਕ ਹੈ। ਇਹਨਾਂ ਦਾ ਆਕਾਰ ਬਹੁਤ ਹੀ ਜ਼ਿਆਦਾ ਛੋਟਾ ਹੁੰਦਾ ਆ। ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਸਕਦੇ ਆ, ਜਿਵੇਂ ਏਡਜ਼ ਦਾ ਵੀ ਕਾਰਨ ਬਣ ਸਕਦੇ ਆ, ਕੋਵਿਡ-19 ਦਾ ਵੀ ਕਾਰਨ ਬਣ ਸਕਦੇ ਆ, ਪੋਲੀਓ ਦਾ ਵੀ ਕਾਰਨ ਬਣ ਸਕਦੇ ਆ, ਅਤੇ ਇਨਫਲੂਐਂਜ਼ਾ ਦਾ ਵੀ ਕਾਰਨ ਬਣ ਸਕਦੇ ਆ, ਇਸ ਤਰ੍ਹਾਂ ਦੀਆਂ ਬਿਮਾਰੀਆਂ। ਇਸ ਤੋਂ ਨੈਕਸਟ ਦੇਖਾਂਗੇ ਢੰਗ, ਉਹ ਪ੍ਰਕਿਰਿਆ ਜਿਸ ਦੇ ਨਾਲ ਭੋਜਨ ਨੂੰ ਪੋਸ਼ਕ ਤੱਤ ਗੁਆਏ ਬਿਨਾਂ ਲੰਬੇ ਸਮੇਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ। ਭੋਜਨ ਦਾ ਸੁਰੱਖਿਅਨ ਹੁੰਦੀ ਹੈ। ਇਸ ਦੀਆਂ ਵਿਧੀਆਂ ਦੇਖੋ, ਸਭ ਤੋਂ ਪਹਿਲਾਂ ਤਾਂ ਫਸਟ ਹੈਗੀ ਤੁਹਾਡੀ ਸੁਕਾਉਣਾ, ਠੀਕ ਹੈ। ਭੋਜਨ ਨੂੰ ਜਿਵੇਂ ਅਨਾਜ ਨੂੰ ਸੁਕਾਇਆ ਜਾਂਦਾ ਹੈ ਤਾਂ ਕਿ ਕਿਉਂ ਸੁਕਾਇਆ ਜਾਂਦਾ, ਕਿਉਂਕਿ ਇਹਨਾਂ ਦੇ ਵਿੱਚ ਪਾਣੀ ਦੀ ਮਾਤਰਾ ਘਟਾਈ ਜਾ ਸਕੇ। ਸੋ ਮੈਨੂੰ ਲੱਗਦਾ ਇੱਥੇ ਸਪੈਲਿੰਗ ਗਲਤ ਹੈ ਜਾਂ ਫਿਰ ਘਟਾਈ ਹੀ ਹੋਊਗਾ, ਠੀਕ ਹੈ। ਇਸੇ ਤਰ੍ਹਾਂ ਸੂਖਮ ਜੀਵਾਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਅਨਾਜ ਲੰਬੇ ਸਮੇਂ ਤੱਕ ਸੁਰੱਖਿਅਤ ਰਹਿੰਦਾ ਹੈ। ਇਸ ਤੋਂ ਅੱਗੇ ਤੁਸੀਂ ਦੇਖੋ ਖੰਡ ਅਤੇ ਲੂਣ ਨਾਲ ਭੋਜਨ ਦੀ ਸੰਭਾਲ। ਖੰਡ ਅਤੇ ਲੂਣ ਭੋਜਨ ਪਦਾਰਥਾਂ ਅਤੇ ਸੂਖਮ ਜੀਵਾਂ ਵਿੱਚੋਂ ਪਾਣੀ ਸੋਖ ਲੈਂਦੇ ਆ, ਠੀਕ ਹੈ। ਇਸ ਤਰ੍ਹਾਂ ਭੋਜਨ ਸੁਰੱਖਿਅਤ ਰਹਿੰਦਾ। ਮਾਸ, ਮੱਛੀਆਂ, ਸਬਜ਼ੀਆਂ ਆਦਿ ਨੂੰ ਲੂਣ ਲਗਾ ਕੇ ਰੱਖਿਆ ਜਾਂਦਾ, ਠੀਕ ਹੈ। ਸੁਰੱਖਿਆ ਵਾਸਤੇ ਲੂਣ ਲਗਾਇਆ ਜਾਂਦਾ। ਫਲਾਂ ਦਾ ਮੁਰੱਬਾ, ਜੈਮ ਆਦਿ ਖੰਡ ਨਾਲ ਭੋਜਨ ਸੁਰੱਖਿਅਨ ਦੀਆਂ ਉਦਾਹਰਨਾਂ ਹਨ, ਠੀਕ ਹੈ। ਇਸ ਤੋਂ ਨੈਕਸਟ ਸੀਗਾ ਆਪਣੇ ਕੋਲ ਕਾਰਬਨੀਕਰਨ ਕੀ ਹੁੰਦਾ। ਧਰਤੀ ਹੇਠ ਦੱਬੀ ਹੋਈ ਮ੍ਰਿਤ ਬਨਸਪਤੀ ਦੇ ਕੋਲੇ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਾਰਬਨੀਕਰਨ ਕਹਿੰਦੇ ਨੇ, ਠੀਕ ਹੈ। ਇਸ ਬਨਸਪਤੀ ਉੱਪਰ ਬੈਕਟੀਰੀਆ ਅਤੇ ਹੋਰ ਸੂਖਮ ਜੀਵਾਂ ਦੀ ਕਿਰਿਆ ਉੱਚ ਦਬਾਅ, ਉੱਚ ਤਾਪਮਾਨ ਅਤੇ ਹਵਾ ਦੀ ਗੈਰ ਮੌਜੂਦਗੀ ਦੇ ਪ੍ਰਭਾਵ ਨਾਲ ਕੋਲੇ ਦੀ ਉਪਜ ਹੁੰਦੀ ਹੈ। ਸੋ ਇਸ ਦੇ ਨਾਲ ਹੀ ਜਿਹੜਾ ਤੁਹਾਡਾ ਨੈਕਸਟ ਸੀਗਾ ਪ੍ਰਾਕਿਰਤਿਕ ਗੈਸ ਨੂੰ ਸਾਫ਼, ਜਿਹਦਾ ਮਤਲਬ ਸਵੱਛ ਹੈ, ਬਾਲਣ ਕਿਉਂ ਕਿਹਾ ਜਾਂਦਾ ਆ। ਹਾਂਜੀ, ਇਹ ਘੱਟ ਪ੍ਰਦੂਸ਼ਣਕਾਰੀ ਹਨ, ਮਤਲਬ ਇਹਨਾਂ ਤੋਂ ਪ੍ਰਦੂਸ਼ਣ ਘੱਟ ਹੁੰਦਾ ਹੈ। ਇਸ ਦੇ ਜਲਣ ਉਪਰੰਤ ਅਵਸ਼ੇਸ਼ ਨਹੀਂ ਬਚਦਾ। ਇਹਨਾਂ ਸਥਿਤੀਆਂ ਦੀ ਸੂਚੀ ਬਣਾਉਣੀ ਹੈ ਜਿਨ੍ਹਾਂ ਦੇ ਅਧੀਨ ਬਾਲਣ ਹੋ ਸਕਦਾ ਆ। ਹਾਂਜੀ, ਪਹਿਲੀ ਦੇਖੋ ਜਲਨਸ਼ੀਲ ਪਦਾਰਥ ਦਾ ਹੋਣਾ ਆ, ਅਤੇ ਦੂਜੀ ਦੇਖੋ ਦਿੱਤੇ ਗਏ ਜਲਨਸ਼ੀਲ ਪਦਾਰਥ ਨੂੰ ਜਲਣ ਜਾਂ ਪ੍ਰਜਲਨ ਤਾਪਮਾਨ ਤੱਕ ਗਰਮ ਕਰਨਾ। ਇਸ ਤੋਂ ਅੱਗੇ ਹਵਾ ਜਾਂ ਆਕਸੀਜਨ ਦਾ ਹੋਣਾ, ਕਿਉਂਕਿ ਹਵਾ ਤੋਂ ਬਿਨਾਂ ਅੱਗ ਨਹੀਂ ਜਿਹੜੀ ਚੱਲ ਸਕਦੀ, ਠੀਕ ਹੈ। ਇਸ ਤੋਂ ਅੱਗੇ ਸੀਗਾ ਕਿਸੇ ਬਾਲਣ ਦੇ ਕੈਲੋਰੀ ਮੁੱਲ ਦੀ ਪਰਿਭਾਸ਼ਾ ਦੇਣੀ ਹੈ ਅਤੇ ਇਸ ਦੀ ਯੂਨਿਟ ਪੁੱਛੀ ਸੀਗੀ ਉਹਨਾਂ ਨੇ।
ਕਿਸੇ ਬਾਲਣ ਦੀ ਇਕਾਈ ਪੁੰਜ ਹੁੰਦਾ ਪਦਾਰਥ ਦੇ ਅੰਦਰ ਮਾਤਰਾ, ਠੀਕ ਹੈ। ਉਸਨੂੰ ਆਦਰਸ਼ ਹਾਲਤਾਂ ਵਿੱਚ ਜਲਾਉਣ 'ਤੇ ਪੈਦਾ ਹੋਈ ਊਰਜਾ ਨੂੰ ਬਾਲਣ ਕਿਹਾ ਜਾਂਦਾ ਹੈ। ਬਾਲਣ ਦਾ ਕੈਲੋਰੀ ਮੁੱਲ ਕਿਹਾ ਜਾਂਦਾ, ਠੀਕ ਹੈ। ਕੈਲੋਰੀ ਮੁੱਲ ਦੀ ਯੂਨਿਟ ਜਿਹੜੀ ਹੁੰਦੀ ਹੈ ਕਿਲੋ ਜੂਲ ਪ੍ਰਤੀ ਕਿਲੋਗ੍ਰਾਮ ਹੈਗੇ, ਠੀਕ ਹੈ, KG। ਜੇ ਦਾ ਮਤਲਬ ਸੀਗਾ ਕੇ ਤੋਂ ਤਾਂ ਕਿਲੋ ਸੀ, ਜੇ ਤੋਂ ਸੀਗਾ ਜੂਲ, ਠੀਕ ਹੈ, ਕਿਲੋਗ੍ਰਾਮ KG। ਇਸ ਤੋਂ ਅੱਗੇ ਤੁਸੀਂ ਦੇਖੋ, ਤੁਸੀਂ ਜੰਗਲਾਂ ਦੇ ਨਸ਼ਟ ਹੋਣ ਦੇ ਮੋੜ ਜੰਗਲ ਲਗਾਉਣ ਤੋਂ ਕੀ ਸਮਝਦੇ ਹੋ? ਵੱਖ-ਵੱਖ ਗਤੀਵਿਧੀਆਂ ਕਾਰਨ ਜੰਗਲਾਂ ਨੂੰ ਕੱਟਣ ਦੀ ਪ੍ਰਕਿਰਿਆ ਜੰਗਲਾਂ ਨੂੰ ਨਸ਼ਟ ਕਰਨਾ ਕਹਿੰਦੀ ਹੈ। ਲੱਕੜੀ ਦੀ ਪ੍ਰਾਪਤੀ, ਉਦਯੋਗੀਕਰਨ, ਖੇਤੀਬਾੜੀ ਆਦਿ ਕਾਰਨ ਜੰਗਲ ਨਸ਼ਟ ਹੋ ਜਾਂਦੇ ਹਨ, ਠੀਕ ਹੈ। ਇਸ ਤੋਂ ਅੱਗੇ ਕੱਟੇ ਹੋਏ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਦੀ ਪ੍ਰਕਿਰਿਆ ਨੂੰ ਮੁੜ ਜੰਗਲ ਲਗਾਉਣਾ ਕਹਿੰਦੇ ਆ, ਠੀਕ ਹੈ। ਜੰਤੂਆਂ, ਇਸ ਤੋਂ ਅੱਗੇ ਸੀਗਾ ਆਪਣੇ ਕੋਲ ਜੰਤੂਆਂ ਦੇ ਅਲੋਪ ਹੋਣ ਦੇ 3 ਕਾਰਨ। ਹਾਂਜੀ, ਕੁਦਰਤੀ ਨਿਵਾਸ ਸਥਾਨ ਖਤਮ ਹੋਣਾ, ਠੀਕ ਹੈ। ਇਸ ਤੋਂ ਅੱਗੇ ਦੇਖੋ ਮਨੁੱਖ ਦੁਆਰਾ ਜੰਤੂਆਂ ਦਾ ਸ਼ਿਕਾਰ। ਇਸ ਤੋਂ ਅੱਗੇ ਜੰਤੂਆਂ ਵਿੱਚ ਅਨੁਕੂਲਣ ਦੀ ਘਾਟ। ਇਸ ਤੋਂ ਅੱਗੇ ਤੁਸੀਂ ਦੇਖੋ ਰਗੜ ਵਧਾਉਣ ਦੇ 2 ਤਰੀਕੇ ਪੁੱਛੇ ਸੀ ਉਹਨਾਂ ਨੇ, ਠੀਕ ਹੈ, 2 ਮੈਥਡ। ਇਸ ਤੋਂ ਅੱਗੇ ਇਹਦੇ ਜਿਹੜੇ ਮੈਥਡਸ ਨੇ ਉਹ ਚੱਲਦੀਆਂ ਸੱਤਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਉੱਤੇ ਝਰੀਆਂ ਅਤੇ ਟਰੈਡਸ ਬਣਾ ਕੇ, ਠੀਕ ਹੈ। ਸੰਪਰਕ ਵਿੱਚ ਆਉਣ ਵਾਲੀਆਂ ਸਤਹਾਂ ਨੂੰ ਹੋਰ ਖੁਰਦਰਾ ਕਰਕੇ। ਇਸ ਤੋਂ ਅੱਗੇ ਦੇਖੋ ਮਨੁੱਖੀ ਕੰਨ ਲਈ ਸੁਣਨਯੋਗ ਅਤੇ ਨਾ ਸੁਣਨਯੋਗ ਧੁਨੀ ਦੀ ਰੇਂਜ ਲਿਖੀ ਹੈ। ਹਾਂਜੀ, ਸੁਣਨਯੋਗ ਰੇਂਜ ਵਿੱਚ 20 ਹਰਟਜ਼ ਤੋਂ 20,000 ਹਰਟਜ਼ ਤੱਕ ਦੀ ਆਵਰਤੀ ਜਿਹੜੀ ਹੈ ਆਵਰਤੀਆਂ ਵਾਲੀ ਧੁਨੀਆਂ ਹੁੰਦੀਆਂ ਹਨ। ਇਸ ਤੋਂ ਅੱਗੇ ਦੇਖੋ ਮਨੁੱਖ ਦਾ ਜਿਹੜਾ ਕੰਨ ਹੁੰਦਾ ਉਹ ਸੁਣਨਯੋਗ ਰੇਂਜ ਵਿੱਚ, ਠੀਕ ਹੈ, 20 ਹਰਟਜ਼ ਤੋਂ ਘੱਟ ਆਵਰਤੀ ਵਾਲੀਆਂ ਧੁਨੀਆਂ 20,000 ਹਰਟਜ਼ ਤੋਂ ਵੱਧ ਆਵਰਤੀ ਵਾਲੀਆਂ ਧੁਨੀਆਂ ਹਨ, ਠੀਕ ਹੈ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਪਰਿਭਾਸ਼ਾ ਦੇਣੀ ਸੀਗੀ ਪ੍ਰਬਲਤਾ, ਜਿਹਨੂੰ ਲਾਊਡਨੈਸ ਕਹਿੰਦੇ ਆ, ਪਿੱਚ, ਠੀਕ ਹੈ। ਪ੍ਰਬਲਤਾ ਦੀ ਆ ਦਿੱਤੀ ਹੋਈ ਹੈ, ਸਕਰੀਨਸ ਲੈ ਲਓ, ਠੀਕ ਹੈ। ਇਹਨਾਂ ਦੇ ਪਿੱਚ ਆ ਦਿੱਤੀ ਹੋਈ ਹੈ। ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਚਾਲਕ ਕੀ ਹੁੰਦਾ? ਹਾਂਜੀ, ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਲੰਘਣ ਦਿੰਦੇ ਆ ਉਹ ਪਦਾਰਥ ਚਾਲਕ ਕਹਾਉਂਦੇ ਨੇ। ਉਦਾਹਰਨ ਲਈ ਤਾਂਬਾ ਅਤੇ ਚਾਂਦੀ, ਠੀਕ ਹੈ। ਇਸ ਤੋਂ ਅੱਗੇ ਦੇਖਾਂਗੇ, ਹਾਂਜੀ, ਬਿਜਲੀ ਕਰਮੀ ਰਬੜ ਦੇ ਜਿਹੜੇ ਦਸਤਾਨੇ 'ਤੇ ਜੁੱਤੀ ਕਿਉਂ ਪਾਉਂਦੇ ਆ? ਮੈਨੂੰ ਲੱਗਦਾ ਕਰੰਟ ਤੋਂ ਬਚਣ ਲਈ। ਆਪਾਂ ਦੇਖ ਲੈਂਦੇ ਹਾਂ। ਹਾਂਜੀ, ਜਦੋਂ ਬਿਜਲੀ ਦੀ ਸਪਲਾਈ ਲਾਈਨ ਜਾਂ ਬਿਜਲੀ ਸਰਕਟ ਦੀ ਰਿਪੇਅਰ ਕਰਨ ਸਮੇਂ ਜਿਹੜੇ ਰਬੜ ਦੇ ਦਸਤਾਨੇ 'ਤੇ ਜੁੱਤੀ ਪਾਉਂਦੇ ਹਨ, ਕਿਉਂਕਿ ਜਿਹੜੇ ਰਬੜ ਦੇ ਦਸਤਾਨੇ ਅਤੇ ਜੁੱਤੀਆਂ ਬਿਜਲੀ ਦੇ ਕੁਝ ਚਾਲਕ ਹੁੰਦੇ ਹਨ। ਇਸ ਤਰ੍ਹਾਂ ਬਿਜਲੀ ਕਰਮੀ ਬਿਜਲੀ ਦੇ ਝਟਕੇ ਤੋਂ ਬਚੇ ਰਹਿੰਦੇ ਨੇ ਅਤੇ ਕੋਈ ਦੁਰਘਟਨਾ ਨਹੀਂ ਹੁੰਦੀ। ਕਰੰਟ ਤੋਂ ਬਚਣ ਵਾਸਤੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਹੈ ਨਾ। ਭੂਚਾਲ ਦੇ ਐਪੀਸੈਂਟਰ ਦੀ ਪਰਿਭਾਸ਼ਾ ਡਿਫਾਈਨ ਕਰਨਾ ਆ। ਧਰਤੀ ਦੀ ਜਿਹੜੀ ਪੇਪੜੀ ਅੰਦਰ ਉਹ ਥਾਂ ਜਿੱਥੇ ਭੂਚਾਲ ਪੈਦਾ ਹੁੰਦਾ ਹੈ ਉਸਨੂੰ ਹਾਈਪੋਸੈਂਟਰ ਕਹਿੰਦੇ ਨੇ, ਠੀਕ ਹੈ। ਹਾਈਪੋਸੈਂਟਰ ਦੇ ਠੀਕ ਉੱਪਰ ਧਰਤੀ ਦੇ ਤਲ ਨੂੰ ਐਪੀਸੈਂਟਰ ਕਿਹਾ ਜਾਂਦਾ, ਠੀਕ ਹੈ। ਸੋ ਇਸ ਤੋਂ ਨੈਕਸਟ ਦੇਖੋ ਅੱਖਾਂ ਦੀ ਸਾਂਭ ਸੰਭਾਲ ਲਈ ਸਾਵਧਾਨੀਆਂ। ਕਦੇ ਵੀ ਤੇਜ਼ ਪ੍ਰਕਾਸ਼ ਅਤੇ ਸੋਮੇ ਵੱਲ ਸਿੱਧਾ ਨਾ ਦੇਖੋ, ਠੀਕ ਹੈ। ਸੂਰਜ ਗ੍ਰਹਿਣ ਦਾ ਸਿੱਧਾ ਨਾ ਦੇਖਣਾ, ਠੀਕ ਹੈ। ਇਸ ਤੋਂ ਅੱਗੇ ਦੇਖੋ ਜ਼ਿਆਦਾ ਮੱਧਮ ਜਾਂ ਜ਼ਿਆਦਾ ਤਿੱਖੀ ਰੋਸ਼ਨੀ ਵਿੱਚ ਨਹੀਂ ਪੜ੍ਹਨਾ, ਠੀਕ ਹੈ। ਇਸ ਤੋਂ ਅੱਗੇ ਦੇਖੋ ਖੋਡਣ ਜਾਂ ਕੰਮ ਕਰਨ ਸਮੇਂ ਅੱਖਾਂ ਦਾ ਖਾਸ ਧਿਆਨ ਰੱਖਣਾ। ਖੋਡਣ ਜੋ ਨਾ ਖੇਡਣ ਹੋਊਗਾ, ਸੋ ਇੱਥੇ ਸਪੈਲਿੰਗ ਗਲਤ ਹੈ। ਆਪਣੀਆਂ ਅੱਖਾਂ ਨੂੰ ਠੰਡੇ ਅਤੇ ਸਾਫ਼ ਪਾਣੀ ਨਾਲ ਧੋਣਾ। ਅੱਖਾਂ ਨੂੰ ਰਗੜਨਾ ਨਹੀਂ ਚਾਹੀਦਾ, ਠੀਕ ਹੈ। ਇਸ ਤੋਂ ਅੱਗੇ ਲੌਂਗ ਕੁਐਸਚਨ ਨੇ। ਸੋ ਜਿਹੜੇ ਲੌਂਗ ਕੁਐਸਚਨ ਨੇ, ਫਸਟ ਦੇਖੋ ਰੂੜੀ ਖਾਦ ਅਤੇ ਰਸਾਇਣਿਕ ਖਾਦ। ਕੋਕ ਅਤੇ ਕੋਲਾ ਤਾਰ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਮੋਮਬੱਤੀ ਦੇ ਵੱਖ-ਵੱਖ ਭਾਗਾਂ ਕਿਹੜੇ ਹਨ, ਠੀਕ ਹੈ। ਜਿਹੜੇ ਉਹਦੇ ਲੇਬਲ ਕੀਤਾ ਚਿੱਤਰ ਬਣਾ ਕੇ ਆਪਾਂ ਸਮਝਾਉਣਾ ਵੀ ਹੈ, ਠੀਕ ਹੈ। ਇਸ ਤੋਂ ਅੱਗੇ ਜੰਗਲਾਂ ਦੀ ਕਟਾਈ ਦੇ ਨਤੀਜੇ। ਇਸ ਤੋਂ ਅੱਗੇ ਦੇਖੋ ਪਾਣੀ ਦੇ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਕਿਉਂ ਹੁੰਦੀਆਂ ਨੇ? ਰਗੜ ਇੱਕ ਜ਼ਰੂਰੀ ਬੁਰਾਈ ਹੈ, ਉਦਾਹਰਨ ਨਾਲ ਸਮਝਾਉਣਾ। ਸ਼ੋਰ ਪ੍ਰਦੂਸ਼ਣ ਨੂੰ ਘਟਾਉਣ ਲਈ ਕੁਝ ਤਰੀਕਿਆਂ ਦੀ ਸੂਚੀ ਬਣਾਉਣੀ ਹੈ। ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ ਦੱਸਣੇ ਨੇ ਅਤੇ ਚਿੱਤਰ ਵੀ ਬਣਾਉਣਾ ਆ, ਠੀਕ ਹੈ। ਦੇਖਾਂਗੇ ਆਪਾਂ ਰੂੜੀ ਖਾਦ ਕੀ ਹੁੰਦੀ ਹੈ। ਰੂੜੀ ਖਾਦ ਜਿਹੜੀਆਂ ਕੁਦਰਤੀ ਹੁੰਦੀਆਂ ਹਨ, ਇਹ ਖੇਤਾਂ ਵਿੱਚ ਬਣਦੀਆਂ ਹਨ। ਇਹ ਸਾਰੇ ਗਲਣ ਸੜਨ ਪਦਾਰਥਾਂ ਤੋਂ ਬਣਦੀਆਂ ਹਨ, ਠੀਕ ਹੈ। ਰਸਾਇਣਿਕ ਖਾਦਾਂ ਜਿਹੜੀਆਂ ਫੈਕਟਰੀਆਂ ਦੇ ਵਿੱਚ ਬਣਦੀਆਂ ਹਨ, ਇਹ ਰਸਾਇਣਾਂ ਤੋਂ ਬਣਦੀਆਂ ਹਨ, ਠੀਕ ਹੈ। ਇਹ ਭੂਮੀ ਨੂੰ ਮੱਲੜ ਪ੍ਰਦਾਨ ਨਹੀਂ ਕਰਦੀਆਂ। ਇਹਨਾਂ ਵਿੱਚ ਥੋੜ੍ਹੇ ਭਰਪੂਰ ਮਾਤਰਾ ਵਿੱਚ ਤੱਤ ਹੁੰਦੇ ਨੇ। ਸੋ ਜਿਹੜੇ ਤੁਹਾਡੇ ਇੱਥੇ ਸਿਲੇਬਸ 'ਚ ਲਿਖਿਆ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਲਓ। ਬਾਕੀ ਜਿਹੜਾ ਮੈਨੂੰ ਆਉਂਦਾ ਸੀ ਮੈਂ ਤੁਹਾਨੂੰ ਬਿਨਾਂ ਇੱਥੋਂ ਦੇਖੇ ਦੱਸਤਾ, ਠੀਕ ਹੈ। ਹੁਣ ਅੱਗੇ ਦੇਖਾਂਗੇ। ਅਗਲਾ ਕੁਐਸਚਨ ਤੁਹਾਡਾ ਹੈਗਾ ਕੋਕ ਅਤੇ ਕੋਲ ਤਾਰ ਦੇ ਉਪਯੋਗ। ਹਾਂਜੀ, ਇਹ ਹੈਗੇ ਆ, ਦੇਖੋ 5 ਦਿੱਤੇ ਹੋਏ ਆ, ਇਹਨਾਂ ਦਾ ਸਕਰੀਨਸ਼ਾਟ ਲੈ ਲਓ। ਇਹ ਕੋਕ ਦੇ ਉਪਯੋਗ ਹੈ, ਠੀਕ ਹੈ। ਇਹ ਜਿਹੜੇ ਇਹਦੇ ਨੀਚੇ ਦਿੱਤੇ ਹੋਏ ਆ ਕੋਲਾ ਤਾਰ ਦੇ ਉਪਯੋਗ ਹੈ, ਠੀਕ ਹੈ। ਇਸ ਤੋਂ ਅੱਗੇ ਦੇਖੋ ਮੋਮਬੱਤੀ ਦੀ ਲਾਟ ਜਿਹੜੀ ਆਪਾਂ ਉਹਦਾ ਚਿੱਤਰ ਬਣਾਉਣਾ ਸੀਗਾ ਆ,
ਠੀਕ ਹੈ, ਉਹਨੂੰ ਆਪਾਂ ਸਮਝਾਉਣਾ ਵੀ ਸੀ। ਸਭ ਤੋਂ ਪਹਿਲਾਂ ਤਾਂ ਤੁਸੀਂ ਇਸਦੀ ਡਾਇਗਰਾਮ ਤੁਸੀਂ ਵਾਹ ਕੇ ਆਉਣੀ ਹੈ, ਜੇ ਆਉਂਦਾ ਤਾਂ ਵੈਸੇ ਤਾਂ ਇਹ ਮੋਸਟ ਇੰਪੋਰਟੈਂਟ ਹੈ, ਇਹਦੇ ਚਾਂਸ ਹੈਗੇ ਆਉਣ ਦੇ, ਬਾਕੀ ਤੁਸੀਂ ਇਸਦੀ ਪੂਰੀ ਤਿਆਰੀ ਕਰ ਲਓ। ਠੀਕ ਹੈ, ਮੋਮਬੱਤੀ ਦੀ ਲਾਟ ਦਾ ਜਿਹੜਾ ਚਿੱਤਰ ਹੈ ਉਸਦੇ ਜਿਹੜੇ ਵੱਖ-ਵੱਖ ਭਾਗ ਇੱਥੇ ਤੁਹਾਨੂੰ ਦਰਸਾਏ ਹੋਏ ਹਨ। ਐਂਡ ਜਿਹੜਾ ਤੁਹਾਡਾ ਅੰਦਰੂਨੀ ਭਾਗ ਹੈ ਉਹ ਆ ਦਰਸਾਇਆ ਹੋਇਆ, ਮੱਧ ਭਾਗ ਤੁਹਾਡਾ ਸੈਕਿੰਡ 'ਤੇ ਦਰਸਾਇਆ ਹੋਇਆ ਆ। ਠੀਕ ਹੈ, ਬਾਹਰੀ ਭਾਗ ਤੁਹਾਡਾ ਥਰਡ 'ਤੇ ਡਿਫਾਈਨ ਕੀਤਾ ਹੋਇਆ। ਸੋ ਇਸ ਨੂੰ ਪੜ੍ਹ ਕੇ ਜ਼ਰੂਰ ਤੁਸੀਂ ਇਹਨੂੰ ਸਮਝਣਾ ਹੈ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਇਹਦੇ ਜਿਹੜੇ ਸਕਰੀਨਸ਼ਾਟ ਲੈ ਲਓ। ਠੀਕ ਹੈ, ਹੁਣ ਦੇਖੋ ਜੰਗਲਾਂ ਦੇ ਨਸ਼ਟ ਹੋਣ ਦੇ ਸਿੱਟੇ, ਜਦੋਂ ਆਪਾਂ ਜੰਗਲਾਂ ਨੂੰ ਕੱਟਦੇ ਹਾਂ ਤਾਂ ਉਹਨਾਂ ਦਾ ਸਿੱਟਾ ਕੀ ਨਿਕਲਦਾ ਆ? ਜਲ ਚੱਕਰ ਵੀ ਵਿਗੜਨਾ। ਠੀਕ ਹੈ, ਇਸ ਤੋਂ ਅੱਗੇ ਹਵਾ ਪ੍ਰਦੂਸ਼ਣ ਵੱਧਦਾ ਆ, ਵਿਸ਼ਵ ਤਾਪਮਾਨ ਦੀ ਸਮੱਸਿਆ ਵਧੇਰੀ, ਭੌਖਰ ਵਧੇਗਾ। ਠੀਕ ਹੈ, ਜੰਗਲੀ ਜੀਵਾਂ ਦੇ ਨਿਵਾਸ ਸਥਾਨ ਨਸ਼ਟ ਹੋ ਜਾਣਗੇ। ਇਸ ਤੋਂ ਅੱਗੇ ਸੋਕੇ ਦੀ ਸਮੱਸਿਆ ਅਤੇ ਮਾਰੂਥਲੀਕਰਨ ਵਿੱਚ ਵਾਧਾ ਹੋਵੇਗਾ। ਠੀਕ ਹੈ, ਇਸ ਤੋਂ ਅੱਗੇ ਦੇਖੋ ਰਗੜ ਹਾਨੀਕਾਰਕ ਪਰ ਜ਼ਰੂਰੀ ਹੈ। ਠੀਕ ਹੈ, ਉਦਾਹਰਨ ਨਾਲ ਸਮਝਾਉਣਾ ਸੀ ਰਗੜ ਦੇ ਹਾਨੀਕਾਰਕ, ਕਿਉਂਕਿ ਇਹਦੇ ਨਾਲ ਜੁੱਤੀਆਂ ਤਲੇ ਜਿਹੜੇ ਘਸ ਜਾਂਦੇ। ਠੀਕ ਹੈ, ਵਾਹਨਾਂ ਦੇ ਟਾਇਰ ਘਸ ਜਾਂਦੇ ਆ, ਮਸ਼ੀਨਾਂ ਦੇ ਪੁਰਜੇ ਘਸ ਜਾਂਦੇ ਆ। ਠੀਕ ਹੈ, ਅਤੇ ਗਤੀ ਦਾ ਵਿਰੋਧ ਕਰਦਾ ਹੈਗਾ ਜਿਹੜਾ ਰਗੜ ਬਲ ਹੈ। ਠੀਕ ਹੈ, ਜਿਸ ਕਾਰਨ ਵਾਹਨਾਂ ਵਿੱਚ ਊਰਜਾ ਨਸ਼ਟ ਹੁੰਦੀ ਹੈ। ਇਸ ਤੋਂ ਅੱਗੇ ਦੇਖੋ ਰਗੜ ਨਾਲ ਬੇਲੋੜਾ ਤਾਪ ਪੈਦਾ ਹੁੰਦਾ ਆ। ਇਸ ਤੋਂ ਅੱਗੇ ਸ਼ੋਰ ਪ੍ਰਦੂਸ਼ਣ ਦੇ ਕੁਝ ਤਰੀਕੇ ਦੱਸੋ। ਸ਼ੋਰ ਪ੍ਰਦੂਸ਼ਣ ਕਿਹਨੂੰ ਕਹਿੰਦੇ? ਜਿਹੜੀ ਅਣਚਾਹੀ ਧੁਨੀ, ਜਿਹੜੀ ਧੁਨੀ ਬਾਰੇ ਆਪਾਂ ਨੂੰ ਨੌਲੇਜ ਹੀ ਨਹੀਂ ਉਸਨੂੰ ਆਪਾਂ ਕੀ ਸਮਝਾਂਗੇ? ਸ਼ੋਰ। ਠੀਕ ਹੈ, ਪਟਾਕਿਆਂ 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਣੀ ਚਾਹੀਦੀ, ਇਹ ਸ਼ੋਰ ਪ੍ਰਦੂਸ਼ਣ ਹੈ, ਪਟਾਕੇ ਦਾ ਜਿਹੜਾ ਤੁਸੀਂ ਪ੍ਰਦੂਸ਼ਣ ਕਰਦੇ ਹੋ। ਠੀਕ ਹੈ, ਦੀਵਾਲੀ ਨੂੰ। ਇਸ ਤੋਂ ਅੱਗੇ ਸੜਕਾਂ ਦੇ ਆਲੇ ਦੁਆਲੇ ਰੁੱਖ ਲਗਾਉਣੇ ਚਾਹੀਦੇ ਹਨ। ਠੀਕ ਹੈ, ਇਸ ਤੋਂ ਅੱਗੇ ਦੇਖੋ ਘਰਾਂ ਵਿੱਚ ਮੋਟੇ ਪਰਦੇ ਲਗਾਉਣੇ ਚਾਹੀਦੇ ਹਨ। ਠੀਕ ਹੈ, ਇਸ ਤੋਂ ਅੱਗੇ ਘਰਾਂ ਵਿੱਚ ਉਪਕਰਨਾਂ ਨੂੰ ਵੀ ਸਮੇਂ-ਸਮੇਂ 'ਤੇ ਤੇਲ ਦੇਣਾ ਚਾਹੀਦਾ ਹੈ। ਲਾਊਡ ਸਪੀਕਰਾਂ ਦਾ ਸਮਾਂ ਅਤੇ ਤੀਬਰਤਾ ਤੈਅ ਹੋਣੀ ਚਾਹੀਦੀ ਹੈ। ਟੀਵੀ, ਰੇਡੀਓ ਆਦਿ ਯੰਤਰਾਂ ਨੂੰ ਘੱਟ ਧੁਨੀ ਪ੍ਰਬਲਤਾ 'ਤੇ ਚਲਾਉਣਾ ਚਾਹੀਦਾ ਹੈ। ਪ੍ਰੈਸ਼ਰ ਹਾਰਨਾਂ 'ਤੇ ਪੂਰੀ ਤਰ੍ਹਾਂ ਰੋਕ ਹੋਣੀ ਚਾਹੀਦੀ ਹੈ। ਫੈਕਟਰੀਆਂ ਵਿੱਚ ਮਸ਼ੀਨਾਂ ਦੀ ਸਮੇਂ 'ਤੇ ਰਿਪੇਅਰ ਹੋਣੀ ਚਾਹੀਦੀ ਹੈ। ਠੀਕ ਹੈ, ਸੋ ਇਹ ਸੀਗੇ। ਇਸ ਤੋਂ ਅੱਗੇ ਦੇਖੋ ਪਾਣੀ ਅਤੇ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਕਿਉਂ ਹੁੰਦੀਆਂ ਨੇ? ਠੀਕ ਹੋ, ਤਾਂ ਬਿਕੋਜ਼ ਡੈਮ ਦੀਆਂ ਜਿਹੜੀਆਂ ਕੰਧਾਂ ਉੱਤੇ ਪਾਣੀ ਦਾ ਦਬਾਓ ਡੈਮ ਦੀ ਗਹਿਰਾਈ ਵਧਣ ਨਾਲ ਵੱਧਦਾ ਜਾਂਦਾ ਹੈ। ਠੀਕ ਹੈ, ਇਸ ਤਰ੍ਹਾਂ ਡੈਮ ਦੇ ਜਿਹੜੇ ਹੇਠਲੇ ਹਿੱਸੇ ਵਿੱਚ ਪਾਣੀ ਦਾ ਦਬਾਓ ਵੱਧ ਹੋਵੇਗਾ। ਹੁਣ ਦੇਖੋ ਵੱਧ ਦਬਾਓ ਨੂੰ ਸਹਿਣ ਲਈ ਡੈਮ ਦੀਆਂ ਹੇਠਲੀਆਂ ਕੰਧਾਂ ਵੱਧ ਮੋਟੀਆਂ ਬਣਾਈਆਂ ਜਾਂਦੀਆਂ ਹਨ। ਸੋ ਇਹੀ ਸੀਗਾ 8th ਕਲਾਸ ਦੇ ਲਈ ਸੈਂਪਲ ਪੇਪਰ ਦਾ ਸਲਿਊਸ਼ਨ। ਚੈਨਲ 'ਤੇ ਨਵੇਂ ਸੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਤੁਸੀਂ।